Remove your burden. Which verse? First. ਪਹਿਲਾ ਫਸਟ ਵਨ First. ਪਹਿਲਾ ਵਚਨ ਪਹਿਲਾ ਵਚਨ। ਹਾਂ, ਉਪਰੰਤ ਜਦੋਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। Wherefore, seeing we also are compassed about with the so great a cloud of witness, let us lay aside every weight and the sin which doth so easily beset us, and let us run with patience and race that is set before us. Bible very clearly says, look unto Jesus first of all. ਬਾਈਬਲ ਪੂਰੀ ਸਪਸ਼ਟਤਾ ਨਾਲ ਕਹਿੰਦੀ ਹੈ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਵੱਲ ਤੱਕਦੇ ਰਹੋ। Today you heard the testimony. ਅੱਜ ਤੁਸੀਂ ਗਵਾਹੀਆਂ ਸੁਣੀਆਂ ਹਨ। Now what we have to do? ਹੁਣ ਅਸੀਂ ਕੀ ਕਰਨਾ ਹੈ? First of all, remove all your burden of the sin, burden of the world, burden of the everything in the world. ਹੁਣ ਤੁਸੀਂ ਸਾਰੇ ਪਾਪ ਦਾ, ਸਾਰੇ ਭਾਰ ਦਾ, ਸਾਰੇ ਸੰਸਾਰ ਦਾ ਜੋ ਭਾਰ ਹੈ ਉਸ ਨੂੰ ਪਰੇ ਸੁੱਟ ਦੇਣਾ ਹੈ। And remove the sin very beseechingly deceive you. ਤੇ ਉਹ ਸਾਰੇ ਪਾਪ ਨੂੰ ਜਿਹੜਾ ਸਹਿਜ ਨਾਲ, ਆਸਾਨੀ ਨਾਲ ਤੁਹਾਨੂੰ ਫਸਾ ਲੈਂਦਾ ਹੈ। When you heard the testimony, ਜਦ ਤੁਸੀਂ ਗਵਾਹੀਆਂ ਸੁਣੀਆਂ, first of all you take out your burden and put upon the feet of Jesus. ਸਭ ਤੋਂ ਪਹਿਲਾਂ ਤੁਸੀਂ ਆਪਣਾ ਸਾਰਾ ਭਾਰ ਜਾਂ ਬੋਝ ਉਤਾਰ ਕੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਰੱਖ ਦਿਓ। So many children of God taking the burden of sin and living in the faith. ਬਹੁਤ ਸਾਰੇ ਲੋਕ ਜੋ ਹਨ ਪਾਪ ਦਾ ਬੋਝ ਚੁੱਕ ਕੇ ਵਿਸ਼ਵਾਸ ਦੇ ਵਿੱਚ ਰਹਿੰਦੇ ਹਨ। You should not bear your burden upon you. ਇਸ ਕਰਕੇ ਤੁਹਾਨੂੰ ਆਪਣਾ ਭਾਰ ਆਪਣੇ ਉੱਤੇ ਨਹੀਂ ਚੁੱਕ ਕੇ ਚੱਲਣਾ ਚਾਹੀਦਾ। That's why Matthew 11 chapter 28 verse Lord Jesus already told. ਇਸੇ ਕਰਕੇ ਮੱਤੀ ਦੀ ਇੰਜੀਲ 11 ਦੇ 28 ਵਚਨ ਵਿੱਚ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। Come unto me, all ye that labor and heavy laden, and I will give you rest. Heavy laden, ਹੇ ਸਾਰੇ ਭਾਰ ਹੇਠ ਦੱਬੇ ਹੋਇਓ, heavy burden. ਬੋਝ ਹੇਠ ਦੱਬੇ ਹੋਇਓ। So many children of God, they are having the heavy burden laden upon their life. ਤੇ ਕੁਝ ਪਰਮੇਸ਼ਰ ਦੇ ਬੱਚੇ ਭਾਰਾ ਬੋਝ ਆਪਣੇ ਸਿਰ ਦੇ ਉੱਤੇ ਚੁੱਕ ਕੇ ਚੱਲਦੇ ਹਨ। Dear child of God, Lord died for your sake and my sake on cross. ਪਿਆਰੇ ਪਰਮੇਸ਼ਰ ਦੇ ਬੱਚਿਓ, ਪ੍ਰਭੂ ਯਿਸੂ ਮਸੀਹ ਸਲੀਬ ਉਤੇ ਤੁਹਾਡੀ ਅਤੇ ਮੇਰੀ ਖਾਤਰ ਮਰ ਗਿਆ। He taken all our burdens, taken all our sin upon him. ਉਸਨੇ ਸਾਡੇ ਸਾਰੇ ਭਾਰ ਬੋਝ, ਸਾਡੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਚੁੱਕ ਲਿਆ। Then why you are bearing your sins upon you? ਫਿਰ ਤੁਸੀਂ ਆਪਣੇ ਪਾਪਾਂ ਨੂੰ ਕਿਉਂ ਆਪਣੇ ਉੱਤੇ ਚੁੱਕਿਆ ਹੋਇਆ ਹੈ? So many children of God having the burden of the sin, burden of the sickness and burden of the world. ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਬੱਚਿਆਂ ਦੇ ਉੱਤੇ ਪਾਪ ਦਾ, ਬਿਮਾਰੀ ਦਾ, ਸੰਸਾਰ ਦਾ ਬੋਝ ਹੈ। They are not given to Lord Jesus. ਉਹ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਦਿੰਦੇ। You give your burden upon the Lord. ਤੁਸੀਂ ਆਪਣਾ ਬੋਝ ਪ੍ਰਭੂ ਯਿਸੂ ਮਸੀਹ ਉੱਤੇ ਸੁੱਟਦੇ ਹੋ। He already bore all your burdens. ਉਹਨੇ ਪਹਿਲਾਂ ਹੀ ਤੁਹਾਡਾ ਸਾਰਾ ਬੋਝ ਚੁੱਕ ਲਿਆ ਹੈ। Why you are taking your burden and going in this journey? ਤੁਸੀਂ ਇਸ ਯਾਤਰਾ ਵਿੱਚ ਆਪਣਾ ਬੋਝ ਆਪ ਕਿਉਂ ਚੁੱਕ ਕੇ ਜਾ ਰਹੇ ਹੋ? If you go like that, you never reach the goal. We never reach the heaven. ਜੇਕਰ ਤੁਸੀਂ ਇਸ ਤਰ੍ਹਾਂ ਚੱਲੋਗੇ ਤਾਂ ਕਦੇ ਵੀ ਆਪਣੇ ਨਿਸ਼ਾਨੇ ਤੇ ਨਹੀਂ ਪਹੁੰਚੋਗੇ, ਸਵਰਗ ਨਹੀਂ ਪਹੁੰਚੋਗੇ। If you heard the testimonies, ਜੇ ਤੁਸੀਂ ਗਵਾਹੀਆਂ ਨੂੰ ਸੁਣਿਆ you have to remove your burden and put upon the feet of Jesus. ਤਾਂ ਤੁਹਾਨੂੰ ਆਪਣਾ ਬੋਝ ਉਤਾਰ ਕੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਰੱਖਣਾ ਪਏਗਾ। Lord, I can't bear it, oh God. I put my burden upon your feet. ਪਰਮੇਸ਼ਰ ਮੈਂ ਇਹ ਸਹਿਣ ਨਹੀਂ ਕਰ ਸਕਦਾ, ਮੈਂ ਆਪਣਾ ਬੋਝ ਤੇਰੇ ਚਰਨਾਂ ਵਿੱਚ ਰੱਖਦਾ। You have to confess your sins before the Lord. ਤੁਸੀਂ ਪ੍ਰਭੂ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰਨਾ ਹੈ। The burden of your family you must give to the Lord. ਤੁਹਾਨੂੰ ਆਪਣੇ ਪਰਿਵਾਰ ਦਾ ਬੋਝ ਪ੍ਰਭੂ ਯਿਸੂ ਮਸੀਹ ਨੂੰ ਦੇਣਾ ਚਾਹੀਦਾ ਹੈ। Your burden of the world you give to the Lord. ਤੁਹਾਨੂੰ ਸੰਸਾਰ ਦਾ ਬੋਝ ਪ੍ਰਭੂ ਯਿਸੂ ਮਸੀਹ ਨੂੰ ਦੇਣਾ ਚਾਹੀਦਾ ਹੈ। The burden of sickness you give to the Lord. ਤੁਸੀਂ ਆਪਣੀ ਬਿਮਾਰੀ ਦਾ ਬੋਝ ਪ੍ਰਭੂ ਯਿਸੂ ਮਸੀਹ ਨੂੰ ਦਿਓ। He will remove that and he will give the grace and peace, rest in your life. ਉਹ ਬਿਮਾਰੀ ਨੂੰ ਦੂਰ ਕਰੇਗਾ, ਉਹ ਤੁਹਾਨੂੰ ਕਿਰਪਾ ਦੇਵੇਗਾ, ਵਿਸ਼ਰਾਮ ਦੇਵੇਗਾ, ਸ਼ਾਂਤੀ ਦੇਵੇਗਾ। And don't take your burden upon you, put upon the Lord Jesus. ਆਪਣਾ ਬੋਝ ਆਪਣੇ ਉੱਤੇ ਨਾ ਚੁੱਕੋ, ਪ੍ਰਭੂ ਯਿਸੂ ਮਸੀਹ ਦੇ ਉੱਤੇ ਸੁੱਟ ਦਿਓ। Those days
Here also Punjab, the horse Tanga is there. ਉਹਨਾਂ ਦਿਨਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਵੀ ਟੋਂਗਾ ਹੁੰਦਾ ਸੀ। Hyderabad place also they use so many horse tangas. ਹੈਦਰਾਬਾਦ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੀ ਉਹ ਘੋੜੇ ਦੇ ਨਾਲ ਜੋ ਟੋਂਗਾ ਚੱਲਦਾ ਹੈ ਉਸ ਦਾ ਇਸਤੇਮਾਲ ਕਰਦੇ ਸਨ Those days. ਉਹਨਾਂ ਦਿਨਾਂ ਦੇ ਵਿੱਚ। Now everything is a vehicles only. ਹੁਣ ਹਰ ਤਰ੍ਹਾਂ ਦੇ ਵਾਹਨ ਹਨ। I don't know where horse went off. ਮੈਨੂੰ ਪਤਾ ਨਹੀਂ ਘੋੜੇ ਕਿੱਥੇ ਚਲੇ ਗਏ। So one day one horseman going on riding and going on the road. ਇੱਕ ਦਿਨ ਇੱਕ ਘੋੜਸਵਾਰ ਜੋ ਸੀ ਸਵਾਰੀ ਕਰਕੇ ਜਾ ਰਿਹਾ ਸੀ। While he's going, ਜਦੋਂ ਜਾ ਰਿਹਾ ਸੀ he heard one voice. ਉਸਨੇ ਇੱਕ ਆਵਾਜ਼ ਸੁਣੀ। ਉਸਨੇ ਅਜਿਹੀਆਂ ਆਵਾਜ਼ਾਂ ਸੁਣੀਆਂ। And he turned and saw ਉਸਨੇ ਮੁੜ ਕੇ ਦੇਖਿਆ one old woman ਇੱਕ ਬਜ਼ੁਰਗ ਇਸਤਰੀ standing side of the road. ਸੜਕ ਦੇ ਕਿਨਾਰੇ ਖੜੀ ਸੀ। She unable to bear the burden. ਉਹ ਬੋਝ ਨਹੀਂ ਚੁੱਕ ਸਕਦੀ ਸੀ। Big burden bundle put upon her shoulder. ਅਤੇ ਬਹੁਤ ਭਾਰ ਵਾਲੀ ਗਠੜੀ ਉਸਨੇ ਆਪਣੇ ਸਿਰ ਦੇ ਉੱਤੇ ਚੁੱਕੀ ਹੋਈ ਸੀ। And unable to bear it, going on troubling and just shouting like this. ਉਹ ਉਸ ਕੋਲੋਂ ਬੋਝ ਚੁੱਕਿਆ ਨਹੀਂ ਜਾ ਰਿਹਾ ਸੀ ਅਤੇ ਉਹ ਬੜੀ ਮੁਸ਼ਕਿਲ ਦੇ ਨਾਲ ਇਸ ਤਰ੍ਹਾਂ ਚਿੱਲਾ ਰਹੀ ਸੀ। Then that Tanga man have the mercy upon her and stopped. ਤਦ ਉਸ ਟਾਂਗੇ ਵਾਲੇ ਨੇ ਉਸ ਦੇ ਉੱਤੇ ਤਰਸ ਕੀਤਾ ਤੇ ਟਾਂਗੇ ਨੂੰ ਰੋਕਿਆ। Mother, please come. ਮਾਤਾ ਮਾਤਾ ਕਿਰਪਾ ਕਰਕੇ ਆਓ। I am going that side. I will leave you. ਮੈਂ ਉਸੇ ਤਰਫ ਜਾ ਰਿਹਾ, ਮੈਂ ਤੁਹਾਨੂੰ ਛੱਡ ਦਿਆਂਗਾ। So anyhow, she sat upon the chariot Tanga. ਕਿਸੇ ਵੀ ਤਰ੍ਹਾਂ ਉਹ ਟਾਂਗੇ ਤੇ ਬੈਠ ਗਈ। And they are going on. ਉਹ ਜਾ ਰਹੇ ਸੀ। After 5-10 minutes, 5-10 ਮਿੰਟ ਤੋਂ ਬਾਅਦ again the sound coming. ਫਿਰ ਆਵਾਜ਼ ਆ ਰਹੀ ਸੀ। Going on shouting. ਇਸ ਤਰ੍ਹਾਂ ਬੋਝ ਦੇ ਥੱਲੇ ਦੱਬੀ ਹੋਈ ਚਿੱਲਾ ਰਹੀ ਸੀ। He wondered ਉਹ ਹੈਰਾਨ ਹੋ ਗਿਆ, and turned back and saw. ਪਿੱਛੇ ਮੁੜ ਕੇ ਦੇਖਿਆ। What he saw, ਉਸਨੇ ਕੀ ਦੇਖਿਆ? that mother taken that Tanga, but she never leave the burden. ਉਸ ਮਾਤਾ ਨੂੰ ਉਸਨੇ ਟਾਂਗੇ ਤੇ ਬਿਠਾਇਆ ਪਰ ਉਸਨੇ ਆਪਣਾ ਬੋਝ ਨਹੀਂ ਉਤਾਰਿਆ। Tanga is to put the burden upon that only. ਅਤੇ ਟਾਂਗਾ ਬੋਝ ਚੁੱਕਣ ਦੇ ਲਈ ਹੈ। She sat upon the Tanga with the burden only, ਉਹ ਬੋਝ ਆਪਣੇ ਸਿਰ ਤੇ ਚੁੱਕ ਕੇ ਟਾਂਗੇ ਤੇ ਬੈਠ ਗਈ। with the bundle only. ਉਹ ਭਾਰੀ ਗਠੜੀ ਦੇ ਨਾਲ ਹੀ। Then he told her, Mother, I help you to put your bundle upon my Tanga. ਤਾਂ ਉਸਨੇ ਕਿਹਾ, ਮਾਤਾ ਮੈਂ ਤੁਹਾਡਾ ਇਹ ਬੋਝ ਜੋ ਸੀ ਟਾਂਗੇ ਦੇ ਉੱਤੇ ਰੱਖਣ ਦੇ ਲਈ ਤੁਹਾਡੀ ਸਹਾਇਤਾ ਕੀਤੀ ਹੈ। Why you are taking burden? ਤੁਸੀਂ ਕਿਉਂ ਬੋਝ ਉਠਾ ਰਹੇ ਹੋ? Then only she understood. ਤਾਦੀ ਉਹ ਸਮਝੀ। Like that only so many believers and some workers also. ਇਸੇ ਤਰ੍ਹਾਂ ਬਹੁਤ ਸਾਰੇ ਸੇਵਕ ਅਤੇ ਕੁਝ ਵਿਸ਼ਵਾਸੀ ਵੀ। ਇਸੇ ਤਰ੍ਹਾਂ ਬਹੁਤ ਸਾਰੇ ਵਿਸ਼ਵਾਸੀ ਅਤੇ ਕੁਝ ਸੇਵਕ ਵੀ। ये अम्मा कभी कभी उल्टा पलटा बोल देता है। So many believers like that. ਬਹੁਤ ਸਾਰੇ ਵਿਸ਼ਵਾਸੀ ਇਸ ਤਰ੍ਹਾਂ। Some believers also. ਕੁਝ ਵਿਸ਼ਵਾਸੀ ਵੀ, Some workers also. ਕੁਝ ਸੇਵਕ ਵੀ। They are taking their burden and they are walking with Jesus. ਉਹ ਆਪਣਾ ਬੋਝ ਚੁੱਕ ਕੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਚੱਲਦੇ ਹਨ। Lord taken your burden. ਪ੍ਰਭੂ ਨੇ ਤੁਹਾਡਾ ਬੋਝ ਚੁੱਕ ਲਿਆ। He taken upon him only. ਉਸ ਨੇ ਤੁਹਾਡਾ ਬੋਝ ਆਪਣੇ ਉੱਤੇ ਚੁੱਕ ਲਿਆ। And God make you free and let you free. ਪਰਮੇਸ਼ਰ ਨੇ ਤੁਹਾਨੂੰ ਉਸ ਬੋਝ ਤੋਂ ਰਹਿਤ ਕਰ ਦਿੱਤਾ, ਮੁਕਤ ਕਰ ਦਿੱਤਾ। That time what we are doing, ਉਸ ਸਮੇਂ ਅਸੀਂ ਕੀ ਕਰਦੇ ਹਾਂ? taking the burden upon our shoulder, ਬੋਝ ਆਪਣੇ ਮੋਢਿਆਂ ਦੇ ਉੱਤੇ ਚੁੱਕ ਲੈਂਦੇ ਹਾਂ, looking down only, ਥੱਲੇ ਵੱਲ ਦੇਖਦੇ ਹਾਂ, not looking Jesus. ਪ੍ਰਭੂ ਯੀਸ਼ੂ ਮਸੀਹ ਵੱਲ ਨਹੀਂ ਤੱਕਦੇ। If you take your burden and put upon the feet of Jesus, ਜੇਕਰ ਤੁਸੀਂ ਉਹ ਬੋਝ ਚੁੱਕ ਕੇ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਤੇ ਰੱਖ ਦਿਓਗੇ ਤਾਂ then clearly you can see the Lord Jesus. ਤਾਂ ਪੂਰੀ ਸਪਸ਼ਟਤਾ ਨਾਲ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਦੇਖ ਸਕਦੇ ਹੋ। First of all, you take your burden and put at the feet of Jesus. ਸਭ ਤੋਂ ਪਹਿਲਾਂ ਤੁਸੀਂ ਆਪਣਾ ਬੋਝ ਚੁੱਕ ਕੇ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਵਿੱਚ ਰੱਖੋ।
Don't bear your burden yourself and your family's sake. ਆਪਣੇ ਆਪ ਦਾ ਤੇ ਪਰਿਵਾਰ ਦਾ ਬੋਝ ਆਪਣੇ ਉਤੇ ਨਾ ਚੁੱਕੋ। Put your burden upon at the feet of Jesus. ਆਪਣਾ ਬੋਝ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਤੇ ਰੱਖੋ। Then you can look unto Jesus. ਤਾਂ ਤੁਸੀਂ ਪ੍ਰਭੂ ਯੀਸ਼ੂ ਮਸੀਹ ਵੱਲ ਦੇਖ ਸਕਦੇ ਹੋ। You heard the testimony. ਤੁਸੀਂ ਗਵਾਹੀਆਂ ਸੁਣੀਆਂ ਹਨ। All the burdens give unto Lord Jesus. ਆਪਣਾ ਸਾਰਾ ਬੋਝ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿਓ। Lord, save me ਪ੍ਰਭੂ ਮੈਨੂੰ ਬਚਾ and escape from the hellfire. ਤੇ ਮੈਨੂੰ ਨਰਕ ਦੀ ਅੱਗ ਤੋਂ ਬਚਾ। Give the grace after the grace. ਮੈਨੂੰ ਕਿਰਪਾ ਤੇ ਕਿਰਪਾ ਦੇ। So you may see the Jesus and go forward in your spiritual life. ਤਾਂ ਕਿ ਤੁਸੀਂ ਆਪਣੇ ਰੂਹਾਨੀ ਜੀਵਨ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਤੱਕਦੇ ਹੋਏ ਆਪਣੇ ਅੱਗੇ ਵਧਦੇ ਜਾਓ। After hearing the testimony also, ਗਵਾਹੀਆਂ ਸੁਣਨ ਤੋਂ ਬਾਅਦ ਵੀ don't go into the sin very easily, beseech you. ਅਜਿਹੇ ਪਾਪਾਂ ਦੇ ਵਿੱਚ ਨਾ ਜਾਓ ਜਿਹੜੇ ਤੁਹਾਨੂੰ ਆਸਾਨੀ ਨਾਲ ਫਸਾ ਲੈਂਦੇ ਹਨ। आसानी से तेरे को फंसा लेगा. ਆਸਾਨੀ ਨਾਲ ਫਸਾ ਲੈਂਦੇ ਹਨ। He beseech you, the sin easily beseech you. ਉਹ ਪਾਪ ਜਿਹੜੇ ਤੁਹਾਨੂੰ ਆਸਾਨੀ ਨਾਲ ਫਸਾ ਲੈਂਦੇ ਹਨ You have to leave that. ਤੁਸੀਂ ਉਹਨਾਂ ਨੂੰ ਛੱਡਣਾ ਹੈ। Easily beseech. ਆਸਾਨੀ ਨਾਲ ਫਸਾ ਲੈਂਦੇ ਹਨ। Lying. ਝੂਠ Very easily. बोल के छोड़ देता. ਬਸ ਆਸਾਨੀ ਦੇ ਨਾਲ ਬੋਲ ਕੇ ਛੱਡ ਦਿੰਦੇ ਹਨ। Very easily. ਬਹੁਤ ਹੀ ਆਸਾਨੀ ਨਾਲ। Looking the TV, cinema, you heard the testimony, how they are screaming in the hellfire. ਤੁਸੀਂ ਟੀਵੀ ਸਿਨੇਮਾ ਦੇਖਦੇ ਹੋ ਤੇ ਗਵਾਹੀਆਂ ਦੇ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਉਹ ਉੱਥੇ ਚੀਕਾਂ ਮਾਰਦੇ ਚਿল্লাਉਂਦੇ ਹਨ। Very easily with your eyes you are allowing the sin. ਬੜੀ ਆਸਾਨੀ ਨਾਲ ਤੁਹਾਡੀਆਂ ਅੱਖਾਂ ਉਸ ਪਾਪ ਦੀ ਇਜਾਜ਼ਤ ਦਿੰਦੀਆਂ ਹਨ। Very easily you will fight in your homes. ਤੁਸੀਂ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਲੜਾਈ ਝਗੜਾ ਕਰਦੇ ਹੋ। Very easily give your flesh for the sin. ਆਸਾਨੀ ਨਾਲ ਤੁਸੀਂ ਆਪਣਾ ਸਰੀਰ ਪਾਪ ਦੇ ਲਈ ਦੇ ਦਿੰਦੇ ਹੋ। Very easily. ਬਹੁਤ ਹੀ ਆਸਾਨੀ ਨਾਲ। Punjab people very easily give their body for the sin. ਪੰਜਾਬ ਦੇ ਲੋਕ ਆਸਾਨੀ ਦੇ ਨਾਲ ਆਪਣਾ ਸਰੀਰ ਪਾਪ ਦੇ ਲਈ ਦੇ ਦਿੰਦੇ ਹਨ। Pastor ji, Punjab क्यों बोल रहे Pastor ji? क्यों बोले तो मैं भी आंध्रा में हूँ. आंध्रा पंजाब same only language. ਮੈਂ ਕਿਉਂ ਕਹਿ ਰਿਹਾ ਕਿਉਂਕਿ ਮੈਂ ਵੀ ਆਂਧਰਾ ਦੇ ਵਿੱਚ ਹਾਂ। ਆਂਧਰਾ ਪੰਜਾਬ ਬਿਲਕੁਲ ਇੱਕੋ ਜਿਹਾ ਹੈ, ਸਿਰਫ ਭਾਸ਼ਾ ਦਾ ਅੰਤਰ ਹੈ। How the Punjab people same nature and same character in the Andhra Pradesh also. ਜਿਸ ਤਰ੍ਹਾਂ ਪੰਜਾਬ ਦੇ ਲੋਕ ਹਨ ਉਹੀ ਸੂਬਾ ਅਤੇ ਉਸੇ ਤਰ੍ਹਾਂ ਆਂਧਰਾ ਦੇ ਵਿੱਚ ਹੈ। There also very easily they give the body for the sin. ਉੱਥੇ ਵੀ ਉਹ ਆਸਾਨੀ ਦੇ ਨਾਲ ਆਪਣਾ ਸਰੀਰ ਪਾਪ ਦੇ ਲਈ ਦੇ ਦਿੰਦੇ ਹਨ। Very easily they will sell their body to others. ਆਸਾਨੀ ਦੇ ਨਾਲ ਆਪਣਾ ਸਰੀਰ ਦੂਜਿਆਂ ਦੇ ਅੱਗੇ ਵੇਚ ਦਿੰਦੇ ਹਨ। Very easily they allow the sin. ਆਸਾਨੀ ਦੇ ਨਾਲ ਹੀ ਪਾਪ ਤੋਂ ਇਜਾਜ਼ਤ ਦੇ ਦਿੰਦੇ ਹਨ। Some people very hiding. With hiding only they will eat the food. ਆ ਤੇ ਕਈ ਲੋਕ ਹਨ ਛੁਪਾ ਛੁਪਾ ਕੇ ਭੋਜਨ ਖਾਂਦੇ ਹਨ। ऐसा छुपा के ऐसा खा लेते. ਕਈ ਲੋਕ ਇਸ ਤਰ੍ਹਾਂ ਛੁਪਾ ਕੇ ਭੋਜਨ ਖਾਂਦੇ ਹਨ। Some people they will eat hiding. ਕਈ ਲੋਕ ਇਸ ਤਰ੍ਹਾਂ ਛੁਪਾ ਕੇ ਖਾਂਦੇ ਹਨ। Especially our children. ਖਾਸ ਕਰਕੇ ਸਾਡੇ ਬੱਚੇ They will turn like this and hide something and eating. ਉਹ ਇੱਕ ਤਰਫ ਮੁੜ ਕੇ ਨਹੀਂ ਤਾਂ ਕੁਝ ਛੁਪਾ ਕੇ ਇਸ ਤਰ੍ਹਾਂ ਖਾਂਦੇ ਹਨ। And big people also, elder also, on the roads they will eat secretly. ਕਈ ਵਾਰੀ ਵੱਡੇ ਸਿਆਣੇ ਲੋਕ ਵੀ ਸੜਕ ਤੇ ਇਸ ਤਰ੍ਹਾਂ ਇੱਕ ਪਾਸੇ ਮੁੜ ਕੇ ਖਾਂਦੇ ਹਨ। After eating that, they will wipe at their lips. ऐसा थोड़ा दिखना नहीं, वो खाया सर का दिखना नहीं. ਖਾਣ ਤੋਂ ਬਾਅਦ ਇਸ ਤਰ੍ਹਾਂ मम्मी डैडी नहीं देखना, कोई भी ऐसा नहीं देखना. ਖਾਣ ਤੋਂ ਬਾਅਦ ਇਸ ਤਰ੍ਹਾਂ ਮੂੰਹ ਪੂੰਝ ਲੈਂਦੇ ਹਨ ਕਿ ਮੰਮੀ ਡੈਡੀ ਨੂੰ ਜਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਕੁਝ ਖਾਧਾ ਹੈ। The same manner, some people give their bodies for the sin and play with the sin and just wipe at their mouth. They are just showing that they are holy people. That is a very, very serious punishment sinner. ਆ ਤੇ ਕੁਝ ਲੋਕ ਆਸਾਨੀ ਦੇ ਨਾਲ ਆਪਣੇ ਸਰੀਰ ਨੂੰ ਪਾਪ ਦੇ ਲਈ ਦੇ ਦਿੰਦੇ ਹਨ, ਪਾਪ ਦੇ ਨਾਲ ਖੇਲਦੇ ਹਨ ਅਤੇ ਬਹੁਤ ਹੀ ਗੰਭੀਰ ਪਾਪ ਹੈ, ਉਸ ਦੇ ਨਾਲ ਖੇਲਣਾ ਨਹੀਂ। After doing the sin, hide yourself
that is a terrible punishment in the hellfire. ਜੇਕਰ ਪਾਪ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਛੁਪਾ ਲੈਂਦੇ ਹੋ ਤਾਂ ਨਰਕ ਦੇ ਵਿੱਚ ਇਸ ਦੇ ਲਈ ਭਿਆਨਕ ਸਜ਼ਾ ਹੈ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, so many children of God very easily beseech their life for the sin. ਆ ਤੇ ਕੁਝ ਪਰਮੇਸ਼ਰ ਦੇ ਬੱਚੇ ਆਸਾਨੀ ਦੇ ਨਾਲ ਪਾਪ ਦੇ ਵਿੱਚ ਫਸ ਜਾਂਦੇ ਹਨ ਜਾਂ ਝੂਠ ਬੋਲਦੇ ਹਨ। Dear child of God, you heard the testimony. ਪਰਮੇਸ਼ਰ ਦੇ ਪਿਆਰੇ ਬੱਚੇ ਤੁਸੀਂ ਗਵਾਹੀਆਂ ਸੁਣੀਆਂ ਹਨ। Today you have to come out from that. ਅੱਜ ਤੁਸੀਂ ਉਸ ਤੋਂ ਬਾਹਰ ਆਉਣਾ ਹੈ। You have to come out for your secret sins. ਤੁਸੀਂ ਆਪਣੇ ਗੁਪਤ ਪਾਪਾਂ ਤੋਂ ਬਾਹਰ ਆਉਣਾ ਹੈ। You are come out from the worldly life. ਤੁਸੀਂ ਦੁਨੀਆਦਾਰੀ ਜੀਵਨ ਤੋਂ ਬਾਹਰ ਆਉਣਾ ਹੈ। Don't play with sin. ਪਾਪ ਦੇ ਨਾਲ ਨਾ ਖੇਲੋ। One day the sin will kill you and betray you to hellfire. ਇੱਕ ਦਿਨ ਪਾਪ ਤੁਹਾਨੂੰ ਮਾਰ ਦੇਵੇਗਾ ਅਤੇ ਨਰਕ ਦੀ ਅੱਗ ਦੇ ਲਈ ਪਕੜਵਾਏਗਾ। That's why St. Paul told, ਇਸੇ ਕਰਕੇ ਸੰਤ ਪੌਲੁਸ ਨੇ ਕਿਹਾ, sin very beseechingly coming unto you and deceive you. ਆ ਤੇ ਪਾਪ ਆਸਾਨੀ ਦੇ ਨਾਲ ਸਹਿਜ ਦੇ ਨਾਲ ਤੁਹਾਡੇ ਕੋਲ ਆਉਂਦਾ ਤੇ ਤੁਹਾਨੂੰ ਫਸਾ ਲੈਂਦਾ ਹੈ। That time you look unto Jesus. ਉਸ ਸਮੇਂ ਪ੍ਰਭੂ ਯੀਸ਼ੂ ਮਸੀਹ ਵੱਲ ਦੇਖੋ। Deliver from that sinful life. ਉਸ ਪਾਪ ਭਰੇ ਜੀਵਨ ਤੋਂ ਛੁਟਕਾਰਾ ਪਾਓ। Take out all the burden ਸਾਰਾ ਬੋਝ ਉਸ ਦੇ ਉੱਤੇ ਸੁੱਟ ਦਿਓ। and put upon Jesus. ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਸੁੱਟ ਦਿਓ। Why should you look unto Jesus? ਤੁਹਾਨੂੰ ਕਿਉਂ ਪ੍ਰਭੂ ਯੀਸ਼ੂ ਮਸੀਹ ਵੱਲ ਤੱਕਣਾ ਚਾਹੀਦਾ ਹੈ? Lord, give thy grace. ਪਰਮੇਸ਼ਰ ਕਿਰਪਾ ਦੇ। Lord, give thy grace ਪਰਮੇਸ਼ਰ ਆਪਣੀ ਕਿਰਪਾ ਦੇ that I may not go to the hellfire. ਤਾਂ ਕਿ ਮੈਂ ਨਰਕ ਦੀ ਅੱਗ ਵਿੱਚ ਨਾ ਜਾਵਾਂ। Give thy grace ਆਪਣੀ ਕਿਰਪਾ ਦੇ that I may come to heavenly place. ਤਾਂ ਕਿ ਮੈਂ ਸਵਰਗੀ ਥਾਵਾਂ ਤੇ ਆਵਾਂ। That's why you look unto Jesus. ਇਸੇ ਕਰਕੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ। In every situation, in every problem, you look unto Jesus. ਹਰ ਇੱਕ ਹਾਲਾਤ, ਹਰ ਇੱਕ ਸਮੱਸਿਆ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਤੱਕਦੇ ਰਹੋ। Then only you can escape from the hell, go to the heavenly place. ਤਾਂ ਤੁਸੀਂ ਨਰਕ ਤੋਂ ਬਚ ਕੇ ਸਵਰਗੀ ਥਾਵਾਂ ਤੇ ਜਾ ਸਕਦੇ ਹੋ। Lord is coming very soon. ਪ੍ਰਭੂ ਬਹੁਤ ਜਲਦੀ ਆ ਰਿਹਾ ਹੈ। I put before you all the testimonies. ਮੈਂ ਸਾਰੀਆਂ ਗਵਾਹੀਆਂ ਤੁਹਾਡੇ ਸਾਹਮਣੇ ਰੱਖੀਆਂ ਹਨ। Today look unto Jesus ਅੱਜ ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ and put away the burdens and sin which is beseechingly deceive you. ਆਪਣਾ ਸਾਰਾ ਬੋਝ ਤੇ ਪਾਪ ਜੋ ਆਸਾਨੀ ਨਾਲ ਤੁਹਾਨੂੰ ਫਸਾ ਲੈਂਦਾ ਹੈ ਉਸ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਵਿੱਚ ਰੱਖੋ। And look unto Jesus ਅਤੇ ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ। and get ready for the coming of the Lord. ਪ੍ਰਭੂ ਯੀਸ਼ੂ ਮਸੀਹ ਦੀ ਆਮਦ ਦੇ ਲਈ ਤਿਆਰ ਹੋ ਜਾਓ। All stand up. ਸਾਰੇ ਖੜੇ ਹੋ ਜਾਵਾਂਗੇ। All stand up. ਸਾਰੇ ਖੜੇ ਹੋ ਜਾਵਾਂਗੇ। Today my message is not big, ਅੱਜ ਮੇਰਾ ਸੰਦੇਸ਼ ਵੱਡਾ ਨਹੀਂ ਹੈ, but 1 hour you heard the testimony. ਪਰ ਤੁਸੀਂ 1 ਘੰਟਾ ਗਵਾਹੀਆਂ ਸੁਣੀਆਂ ਹਨ। 1 hour you heard the testimony. ਤੁਸੀਂ 1 ਘੰਟਾ ਗਵਾਹੀਆਂ ਸੁਣੀਆਂ ਹਨ। That testimony is only enough for your message today. ਅੱਜ ਦੇ ਸੰਦੇਸ਼ ਦੇ ਲਈ ਗਵਾਹੀਆਂ ਹੀ ਤੁਹਾਡੇ ਲਈ ਕਾਫੀ ਹਨ। Surrender your life to Jesus. ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਲਈ ਸਮਰਪਿਤ ਕਰਾਂਗੇ। Lord, save me from hell, O God. ਪ੍ਰਭੂ ਮੈਨੂੰ ਨਰਕ ਤੋਂ ਬਚਾ। Open your mouth and cry. ਆਪਣਾ ਮੂੰਹ ਖੋਲ ਕੇ ਦੁਆਈ ਦਿਆਂਗੇ। Lord, I heard the testimony of the children. ਪ੍ਰਭੂ ਅਸੀਂ ਬੱਚਿਆਂ ਦੀਆਂ ਗਵਾਹੀਆਂ ਸੁਣੀਆਂ ਹਨ। I don't want to go to that hellfire, terrible hellfire. ਮੈਂ ਉਸ ਭਿਆਨਕ ਨਰਕ ਦੀ ਅੱਗ ਵਿੱਚ ਨਹੀਂ ਜਾਣਾ ਚਾਹੁੰਦਾ, But I want to go to heavenly place. ਪਰ ਮੈਂ ਸਵਰਗੀ ਥਾਵਾਂ ਵਿੱਚ ਜਾਣਾ ਚਾਹੁੰਦਾ ਹਾਂ। Please give thy grace. ਕਿਰਪਾ ਕਰਕੇ ਆਪਣੀ ਕਿਰਪਾ ਦੇ। All lift up your eyes and see the Lord Jesus. ਸਾਰੇ ਆਪਣੀਆਂ ਅੱਖਾਂ ਚੁੱਕ ਕੇ ਪ੍ਰਭੂ ਯੀਸ਼ੂ ਮਸੀਹ ਨੂੰ ਦੇਖਾਂਗੇ। Look unto Jesus. ਪ੍ਰਭੂ ਯੀਸ਼ੂ ਮਸੀਹ ਨੂੰ ਦੇਖਾਂਗੇ। Have faith in Jesus. ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰੋ। Definitely prepare you for the coming of the Lord for heavenly sake. ਨਿਸ਼ਚੈ ਉਹ ਤੁਹਾਨੂੰ ਪ੍ਰਭੂ ਯੀਸ਼ੂ ਮਸੀਹ ਦੀ ਆਮਦ ਦੇ ਲਈ ਸਵਰਗੀ ਥਾਵਾਂ ਲਈ ਤਿਆਰ ਕਰੇਗਾ। All open your mouth and pray 5 minutes only. ਸਾਰੇ ਆਪਣਾ ਮੂੰਹ ਖੋਲ ਕੇ 5 ਮਿੰਟ ਲਈ ਪ੍ਰਾਰਥਨਾ ਕਰਾਂਗੇ। Lord is moving in our midst. ਪ੍ਰਭੂ ਸਾਡੇ ਦਰਮਿਆਨ ਚੱਲ ਫਿਰ ਰਿਹਾ ਹੈ। He know your mind. ਉਹ ਤੁਹਾਡੇ ਮਨ ਨੂੰ ਜਾਣਦਾ He ਹੈ। know your heart. ਉਹ ਤੁਹਾਡੇ ਦਿਲ ਨੂੰ ਜਾਣਦਾ ਹੈ। He knows your cry. ਉਹ ਤੁਹਾਡੀ ਦੁਹਾਈ ਨੂੰ ਜਾਣਦਾ ਹੈ। Just cry unto the Lord. ਪਰਮੇਸ਼ਰ ਦੇ ਅੱਗੇ ਦੁਹਾਈ ਦਿਓ। Lord is faithful in our life. ਪਰਮੇਸ਼ਰ ਸਾਡੇ ਜੀਵਨ ਵਿੱਚ ਵਫਾਦਾਰ ਹੈ। Look unto Jesus. ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ। Look unto Jesus. ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ। Look unto Jesus. ਪ੍ਰਭੂ ਯੀਸ਼ੂ ਮਸੀਹ ਵੱਲ ਤੱਕਦੇ ਰਹੋ। He will show his mercy upon you. ਉਹ ਆਪਣੀ ਦਇਆ ਤੁਹਾਡੇ ਉੱਤੇ ਦਿਖਾਏਗਾ। He will show mercy upon you. ਉਹ ਤੁਹਾਡੇ ਉੱਤੇ ਆਪਣੀ ਦਇਆ ਦਿਖਾਏਗਾ। Lord will forgive all your sins if you confess. ਜੇ ਤੁਸੀਂ ਇਕਰਾਰ ਕਰੋਗੇ ਪਰਮੇਸ਼ਰ ਤੁਹਾਡੇ ਸਾਰੇ ਪਾਪਾਂ ਨੂੰ ਮਾਫ ਕਰੇਗਾ। If you confess, Lord will forgive right now.
ਜੇਕਰ ਤੁਸੀਂ ਇਕਰਾਰ ਕਰੋਗੇ ਪਰਮੇਸ਼ਰ ਹੁਣੇ ਹੀ ਮਾਫ ਕਰੇਗਾ and He will sanctify you. ਤੇ ਤੁਹਾਨੂੰ ਪਵਿੱਤਰ ਕਰੇਗਾ He give grace after the grace. ਉਹ ਕਿਰਪਾ ਤੇ ਕਿਰਪਾ ਦੇਵੇਗਾ He will put upon you the mighty anointing. ਉਹ ਤੁਹਾਡੇ ਉੱਤੇ ਬਹੁਤ ਵੱਡਾ ਮਸਾ ਭੇਜੇਗਾ Today, if you just confess, God will forgive you. ਅੱਜ ਜੇ ਤੁਸੀਂ ਇਕਰਾਰ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਮਾਫ ਕਰੇਗਾ God will forgive you ਪਰਮੇਸ਼ਰ ਤੁਹਾਨੂੰ ਮਾਫ ਕਰੇਗਾ and pour out His anointing upon your head, ਆਪਣਾ ਮਸਾ ਤੁਹਾਡੇ ਸਿਰ ਤੇ ਪਾਏਗਾ and it will quicken your life ਇਹ ਤੁਹਾਡੇ ਜੀਵਨ ਨੂੰ ਜਿਵਾਏਗਾ and save you from the hellfire. ਤੁਹਾਨੂੰ ਨਰਕ ਦੀ ਅੱਗ ਤੋਂ ਬਚਾਏਗਾ Open your mouth and pray. ਆਪਣਾ ਮੂੰਹ ਖੋਲ ਕੇ ਪ੍ਰਾਰਥਨਾ ਕਰਾਂਗੇ Vandara Sharandara Shandara Managatandara Sharandara. Amen, 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 amen. Before you shout in hell, ਇਸ ਤੋਂ ਪਹਿਲਾਂ ਕਿ ਤੁਸੀਂ ਨਰਕ ਵਿੱਚ ਜਾ ਕੇ ਚਿল্লাਓ now only shout for Christ. ਹੁਣੇ ਹੀ ਮਸੀਹ ਦੇ ਲਈ ਚਿল্লাਓ Amen, amen, amen. Lord, save me, O God. हे प्रभु ਮੈਨੂੰ ਬਚਾ